हालेलुया। जैसे कि हम जानते हैं कि हमारा परमेश्वर जीवित परमेश्वर है, वो आज भी बड़े और आश्चर्य कर्म करता है। तो एक ऐसी ही बहुत ही बड़ी गवाही को हम सुनेंगे, जिस तरह परमेश्वर ने हन्ना की और एलिशिबा की शर्मिंदगी को खत्म करके उनकी गोद को भरा और उन्हें आशीषित किया। कुछ ऐसा ही बड़ा काम परमेश्वर ने इस परिवार की जिंदगी में किया, क्योंकि जब इनकी जिंदगी में शर्मिंदगी थी तब रोने के अलावा और कुछ भी रह नहीं गया था। हर वक्त इनके दिमाग में चलता था कि हमारे जीने का क्या फायदा है। लेकिन परमेश्वर जो हमें बहुतायत का जीवन देने के लिए इस धरती के ऊपर आए हैं, उसी परमेश्वर ने इनको एक नई आशा दी। तो आइए इनकी इस अद्भुत गवाही को हम देखते हैं। ਸਾਰੇ ਭੈਣ ਭਾਈਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਰਾਣੀ ਹੈ, ਇਹ ਮੇਰੇ ਹਸਬੈਂਡ ਸੁਖਦੇਵ ਜੀ ਹੈ। ਅਸੀਂ ਬਟਾਲੇ ਦੇ ਰਹਿਣ ਵਾਲੇ ਹਾਂ। ਅਸੀਂ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੇ ਹਾਂ। 2012 ਚ ਸਾਡੀ ਮੈਰਿਜ ਹੋਈ ਤੇ ਮੈਨੂੰ ਹਫਤੇ ਬਾਅਦ ਹੀ ਅਟੈਕ ਹੋਣੇ ਸ਼ੁਰੂ ਹੋ ਗਏ ਦੁਸ਼ਟ ਆਤਮਾ ਦੇ। ਜਿਵੇਂ ਜਿਵੇਂ ਮੇਰੇ ਵਿਆਹ ਦੇ ਮਹੀਨੇ ਬੀਤਦੇ ਗਏ, ਮੈਨੂੰ ਬਹੁਤ ਹੀ ਪਰੇਸ਼ਾਨੀ ਹੋਣੀ ਸ਼ੁਰੂ ਹੋ ਗਈ। ਮੈਂ ਜਦੋਂ ਵੀ ਖੇਡਦੀ ਸੀ 2-2 3-3 ਘੰਟੇ, ਫਿਰ ਜਦੋਂ ਮੈਂ ਹੋਸ਼ 'ਚ ਆਣਾ, ਫਿਰ ਮੈਂ ਬਹੁਤ ਹੀ ਰੋਣਾ ਚਲਾਣਾ। ਜਦੋਂ ਸਾਡੇ ਵਿਆਹ ਨੂੰ 6 ਮਹੀਨੇ ਹੋ ਗਏ ਤੇ ਮੈਂ ਬੱਚੇ ਲਈ ਟਰਾਈ ਕੀਤਾ ਤੇ ਬੱਚਾ ਮੈਨੂੰ ਨਹੀਂ ਸੀ ਹੋ ਰਿਹਾ। ਫਿਰ ਮੈਂ ਆਪਣੇ ਪਤੀ ਨੂੰ ਕਿਹਾ ਉਹ ਡਾਕਟਰ ਦੀ ਸਲਾਹ ਲਈਏ, ਡਾਕਟਰ ਕੀ ਕਹਿੰਦੇ ਆ। ਫਿਰ ਮੇਰੇ ਪਤੀ ਮੈਨੂੰ ਇੱਕ ਡਾਕਟਰ ਕੋਲ ਲੇਡੀਜ਼ ਕੋਲ ਲੈ ਕੇ ਗਏ ਤੇ ਉਹਨਾਂ ਨੂੰ ਮੈਂ ਇਹੀ ਦੱਸਿਆ ਵੀ ਮੈਨੂੰ ਪੀਰੀਅਡ ਨਹੀਂ ਸਹੀ ਤਰ੍ਹਾਂ ਆ ਰਹੇ। ਉਹਨਾਂ ਨੇ ਸਾਨੂੰ ਇਹ ਸਲਾਹ ਦਿੱਤੀ ਵੀ ਤੁਸੀਂ ਇੱਕ ਵਾਰੀ ਅਲਟਰਾਸਾਊਂਡ ਕਰਾ ਕੇ ਆਓ, ਉਹਦੇ ਦੁਆਰਾ ਅਸੀਂ ਪਤਾ ਕਰਕੇ ਫਿਰ ਤੁਹਾਡਾ ਇਲਾਜ ਸ਼ੁਰੂ ਕਰਾਂਗੇ। ਜਦ ਅਸੀਂ ਅਲਟਰਾਸਾਊਂਡ ਕਰਾਉਣ ਲਈ ਵਾਸਤੇ ਗਏ, ਡਾਕਟਰ ਕਹਿੰਦਾ ਵੀ ਤੁਹਾਡੇ ਐਗ ਨਹੀਂ ਬਣਦੇ। ਫਿਰ ਉਹ ਲੇਡੀਜ਼ ਨਰਸ ਨੇ ਮੈਨੂੰ ਮੈਡੀਸਨ ਦਿੱਤੀ। ਮੈਂ 6 ਮਹੀਨੇ ਟ੍ਰੀਟਮੈਂਟ ਕਰਾਇਆ, ਮੈਨੂੰ ਨਹੀਂ ਫਰਕ ਪਿਆ। ਇੱਕ ਮੈਨੂੰ ਬੱਚਾ ਨਹੀਂ ਸੀ ਹੋ ਰਿਹਾ, ਇੱਕ ਦੁਸ਼ਟ ਆਤਮਾ ਦੇ ਅਟੈਕ ਵੱਧਦੇ ਜਾਂਦੇ ਸੀ। ਦੁਸ਼ਟ ਆਤਮਾ ਮੇਰੇ ਹਸਬੈਂਡ ਦੇ ਰੂਪ ਦੇ ਵਿੱਚ ਮੇਰੇ ਕੋਲ ਆਉਂਦਾ ਸੀ ਤੇ ਮੈਂ ਬੜੀ ਪਰੇਸ਼ਾਨ ਹੁੰਦੀ ਸੀ। ਜਦੋਂ ਮੈਂ ਸਵੇਰ ਉੱਠਦੀ ਸੀ, ਮੇਰਾ ਟੁੱਟਾ ਭੱਜਾ ਸਰੀਰ ਹੁੰਦਾ ਸੀ, ਇੱਕਦਮ ਮੇਰੀਆਂ ਦਿਮਾਗ ਦੀਆਂ ਨਸਾਂ ਫਟਦੀਆਂ ਸੀ। ਫਿਰ ਮੈਂ ਰੋਣਾ ਸ਼ੁਰੂ ਹੋ ਜਾਣਾ। ਰੋ ਰੋ ਕੇ ਮੈਂ ਆਪਣੇ ਆਪ ਨੂੰ ਪਰੇਸ਼ਾਨੀ ਵਿੱਚ ਜ਼ਿਆਦਾ ਲੈ ਕੇ ਮੈਂ ਡਿਪਰੈਸ਼ਨ 'ਚ ਜਾਣਾ ਸ਼ੁਰੂ ਕਰ ਦਿੱਤਾ। ਜਿਸ ਤਰ੍ਹਾਂ ਕਿ ਸਾਡੇ 6 ਮਹੀਨੇ ਤੋਂ ਬਾਅਦ ਜਦੋਂ ਸਾਡੇ ਜ਼ਿੰਦਗੀ ਦੇ ਵਿੱਚ ਸਾਲ ਗੁਜ਼ਰਨਾ ਚਾਲੂ ਹੋ ਗਿਆ, 1 ਸਾਲ ਬੀਤਿਆ, ਚਲੋ ਪਰੇਸ਼ਾਨੀ ਹੋਈ, ਚਲੋ ਕੋਈ ਨਹੀਂ। ਫਿਰ ਆਖਿਆ ਵੀ ਅਗਲੇ ਸਾਲ ਸਹੀ ਦਵਾਈ ਡਾਕਟਰ ਕੋਲ ਚਲਾਵਾਂਗੇ। ਨਵੇਂ ਡਾਕਟਰ ਕੋਲ ਗਏ ਅਗਲੇ ਸਾਲ, ਉਹਨੇ ਵੀ 6 ਮਹੀਨੇ ਸਾਨੂੰ ਦਵਾਈ ਦੇ ਕੇ ਕਹਿੰਦੇ ਵੀ ਕੋਈ ਗੱਲ ਨਹੀਂ ਹੋਏਗਾ। ਪਹਿਲਾਂ ਦਵਾਈ ਵਾਸਤੇ ਉਹਨਾਂ ਦਿੰਦੇ ਗਏ ਦਵਾਈ ਦਾ 6 ਮਹੀਨੇ ਟ੍ਰੀਟਮੈਂਟ ਕਰਵਾਇਆ, ਉਹਨਾਂ ਕੋਲੋਂ ਆਪਣਾ ਇਲਾਜ ਕਰਾਇਆ। ਫਿਰ ਉਹਨਾਂ ਜਵਾਬ ਦੇ ਦੇਣਾ। ਫਿਰ ਅਗਲੇ ਸਾਲ ਗਏ, ਅਗਲੇ ਸਾਲ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਗੁਜ਼ਰਿਆ। ਕਾਫੀ ਪਰੇਸ਼ਾਨੀ ਹੋ ਗਈ ਵੀ ਸਾਲ ਬਾਈ ਸਾਲ ਬੀਤਦੇ ਗਏ। ਇਸ ਤਰ੍ਹਾਂ 1 ਸਾਲ ਬੀਤਿਆ, 2 ਸਾਲ ਬੀਤੇ, ਤੋਂ ਦੂਜੇ ਤੀਜੇ ਸਾਲ ਜਦੋਂ 5ਵੇਂ ਸਾਲ ਹੋ ਗਏ, ਉਦੋਂ ਨਿਰਾਸ਼ਾ ਦਾ ਦਿਖਣਾ ਵੀ ਕਾਫੀ ਦਿੱਕਤ ਦਾ ਸਾਹਮਣਾ ਸਾਨੂੰ ਉਸ ਵਕਤ ਕਰਨਾ ਪਿਆ। ਮੁੜ ਕੇ ਜਦੋਂ ਸਟੈਪ ਬਾਈ ਸਟੈਪ ਸਾਲ ਸਾਡੀ ਜ਼ਿੰਦਗੀ 'ਚ ਬੀਤਦੇ ਗਏ, 2 ਸਾਲ 4 ਸਾਲ 5 ਸਾਲ, ਜਦੋਂ 10ਵਾਂ ਸਾਲ ਚਾਲੂ ਹੋ ਗਿਆ, ਉਦੋਂ ਤੇ ਕਾਫੀ ਜ਼ਿਆਦਾ ਜ਼ਿੰਦਗੀ 'ਚ ਪਰੇਸ਼ਾਨੀ ਹੋ ਗਈ ਕਿ ਨਿਰਾਸ਼ਾ ਹੀ ਹੋ ਗਈ ਸਾਡੀ ਜ਼ਿੰਦਗੀ 'ਚ ਕਿ ਉਮਰ ਵੀ ਸਾਡੀ ਬੀਤਦੀ ਜਾ ਰਹੀ ਆ, ਵੱਡੇ ਹੁੰਦੇ ਜਾ ਰਹੇ ਆ, ਬੁਢਾਪਾ ਆਉਂਦਾ ਜਾਣਾ ਆ ਵੀ 35 36 38 ਸਾਲ ਦੇ ਲਾਗੇ ਹੋ ਗਏ ਆ। ਤੇ ਦੁਨੀਆ ਡਾਕਟਰ ਵੀ ਉਸ ਵਕਤ ਕਹਿ ਦਿੰਦੇ ਕਿ ਜਦੋਂ ਤੁਸੀਂ 40 ਤੋਂ ਟੱਪ ਗਏ ਤੇ ਸ਼ਾਇਦ ਉਸ ਵਕਤ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਹੱਲ ਨਹੀਂ ਹੋ ਸਕਦਾ। ਤੋ ਇਸੇ ਤਰ੍ਹਾਂ ਜਦੋਂ ਮੇਰੀ ਵਾਈਫ ਨੇ ਕਿਹਾ ਕਿ ਡਾਕਟਰ ਅਲੀਵਾਲ ਸੀਗਾ ਇੱਕ, ਉਹਦੇ ਕੋਲ ਗਏ ਆ। ਉਹ ਕਾਫੀ ਡਾਕਟਰ ਮੱਕੇ ਸੂਝਵਾਨ ਸੀਗਾ, ਚੰਗਾ ਸਪੈਸ਼ਲਿਸਟ ਸੀਗਾ। ਤੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਡੇ ਕੋਲ ਇੱਕੋ ਹੀ ਹੁਣ ਰਸਤਾ ਰਹਿ ਗਿਆ ਕਿ ਤੁਸੀਂ ਹੁਣ IVF ਕਰਾ ਦਿਓ। ਫਿਰ ਮੈਂ ਡਾਕਟਰ ਤੇ ਡਾਕਟਰ ਚੇਂਜ ਕਰਦੀ ਗਈ। ਇੰਨੇ ਕਿ ਜ਼ਿਆਦਾ ਮੈਂ ਡਾਕਟਰਾਂ ਕੋਲ ਜਾ ਚੁੱਕੀ ਸੀ ਵੀ ਮੈਨੂੰ ਕੋਈ ਸਮਝ ਨਹੀਂ ਸੀ ਲੱਗਦੀ। 26-27 ਡਾਕਟਰ ਮੈਂ ਚੇਂਜ ਕਰ ਚੁੱਕੀ ਸੀ ਤੇ ਪਰ ਮੇਰੀ ਪਰੇਸ਼ਾਨੀ ਦਾ ਕੋਈ ਹੱਲ ਨਹੀਂ ਸੀ ਹੋ ਰਿਹਾ। ਮੇਰੇ ਵਿਆਹ ਨੂੰ 12 ਸਾਲ ਹੋ ਗਏ ਸੀ, ਮੈਂ ਇੱਕ ਵਾਰੀ ਵੀ ਪ੍ਰੈਗਨੈਂਟ ਨਹੀਂ ਸੀ ਹੋਈ। ਮੈਂ ਇੰਨੀ ਕੁ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਕਿ ਮੈਂ ਆਪਣੇ ਪੇਕੇ ਪਰਿਵਾਰ 'ਚ ਜਾਂਦੀ ਸੀ, ਉਦੋਂ ਵੀ ਮੈਂ ਰੋਂਦੀ ਸੀ। ਜਦੋਂ ਉੱਧਰੋਂ ਆਉਣਾ ਉਦੋਂ ਵੀ ਮੈਂ ਰੋਂਦੀ ਸੀ ਤੇ ਘਰ ਵੀ ਮੈਂ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਦੀ ਸੀ। ਇਹ ਮੇਰੇ ਹਸਬੈਂਡ ਆਪਣੀ ਸ਼ੌਪ 'ਤੇ ਰਹਿੰਦੇ ਸੀ, ਮੈਨੂੰ ਘਰ ਬਿਲਕੁਲ ਚੈਨ ਰਮਾਨ ਨਹੀਂ ਸੀ ਆਉਂਦਾ। ਆਪਣੇ ਆਪ ਨੂੰ ਮੈਂ ਕੰਧਾਂ ਨਾਲ ਟੱਕਰਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਵੀ ਮੈਂ ਕੀ ਕਰਾਂ, ਇਕੱਲੀ ਤਾਂ ਮੇਰਾ ਮਨ ਨਹੀਂ ਟਿਕਦਾ। ਜੇ ਮੈਂ ਕਿਤੇ ਵੀ ਆਪਣੇ ਕਿਸੇ ਆਸ ਪੜੋਸ ਦੇ ਘਰ ਪ੍ਰੋਗਰਾਮ ਹੁੰਦਾ ਸੀ, ਮੈਂ ਕਦੇ ਵੀ ਨਹੀਂ ਸੀ ਕਿਸੇ ਦੇ ਘਰ ਜਾਂਦੀ, ਨਾ ਕਿਸੇ ਦੇ ਬੱਚੇ ਨੂੰ ਡਰਦੀ ਨੇ ਹੱਥ ਲਾਉਣਾ ਵੀ ਇਹਦਾ ਬੱਚਾ ਨਹੀਂ ਹੈ, ਇੱਕ ਸਾਡੇ ਬੱਚੇ ਨੂੰ ਕੁਛ ਕਰ ਨਾ ਦੇਵੇ। ਬੱਚਾ ਨਾ ਹੋਣ ਕਰਕੇ ਮੇਰੇ ਦਿਮਾਗ 'ਤੇ ਇੰਨਾ ਕੁ ਜ਼ਿਆਦਾ ਡਿਪਰੈਸ਼ਨ ਆਉਣਾ ਸ਼ੁਰੂ ਹੋ ਗਿਆ। ਮੈਂ ਖਿਡੌਣਿਆਂ ਨਾਲ ਖੇਲਣਾ ਸ਼ੁਰੂ ਕਰ ਦੇਣਾ, ਕੱਪੜੇ ਵੇਖ ਕੇ ਮੈਂ ਰੋਣਾ ਵੀ ਮੇਰੇ ਕੋਲ ਬੱਚਾ ਹੋਊਗਾ ਕਿ ਨਹੀਂ ਹੋਊਗਾ, ਮੈਂ ਕਿਸ ਤਰ੍ਹਾਂ ਜੀਊਂਗੀ, ਮੈਂ ਕਿਸ ਤਰ੍ਹਾਂ ਜੀਊਂਗੀ। ਇਸ ਹਾਲਾਤ ਨੂੰ ਮੇਰੇ ਨੂੰ ਦੇਖ ਕੇ
ਕਿ ਮੈਨੂੰ ਮੇਰੇ ਸਪੈਸ਼ਲ ਡਾਕਟਰਾਂ ਨੂੰ ਦਿਖਾਉਣਾ ਸ਼ੁਰੂ ਕਰ ਦਿੱਤਾ, ਬ੍ਰੇਨ ਡਾਕਟਰ ਨੂੰ ਦਿਖਾਉਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਮੈਨੂੰ ਮੈਡੀਸਨ ਦੇ ਦੇਣੀ, ਮੈਨੂੰ ਰੈਸਟ ਦੇ ਵਿੱਚ ਰਹਿਣਾ, ਮੈਂ ਨੀਂਦ ਆ ਜਾਣੀ। ਫਿਰ ਜਦੋਂ ਉੱਠ ਕੇ ਬੈਠਣਾ ਫਿਰ ਮੇਰੇ ਦਿਮਾਗ 'ਚ ਉਹੀ ਗੱਲਾਂ ਆਉਣੀਆਂ ਸ਼ੁਰੂ ਹੋ ਜਾਣੀਆਂ। ਰਾਤ ਦਿਨ ਮੈਂ ਇਹੀ ਚਿੰਤਾ ਕਰ ਕਰਕੇ ਆਪਣੀ ਜ਼ਿਆਦਾ ਪਰੇਸ਼ਾਨੀ ਦਾ, ਆਪਣੇ ਦੁੱਖ ਨੂੰ ਮੈਂ ਵਧਾ ਲਿਆ ਸੀ। ਮੈਂ 6 ਵਾਰੀ ਮਰਨ ਦੀ ਕੋਸ਼ਿਸ਼ ਕੀਤੀ ਕਿ ਜਾਂ ਕਿਸੇ ਵੇਲੇ ਮੈਂ ਆਖਣਾ ਮੈਂ ਸਿਲੰਡਰ ਨੂੰ ਅੱਗ ਲਾ ਲੈਣੀ ਆ, ਜਾਂ ਮੈਂ ਕਾਚੂ ਮਾਰ ਲੈਣਾ ਹੈ, ਜਾਂ ਮੈਂ ਫਾਹ ਲੈ ਲੈਣਾ ਹੈ, ਜਾਂ ਮੈਂ ਕੁਛ ਖਾ ਲੈਣਾ ਹੈ। ਦਿਨੋਂ ਦਿਨ ਇਹਨਾਂ ਦੀ ਹਾਲਾਤ ਜਿਹੜੇ ਬਹੁਤ ਹੀ ਜ਼ਿਆਦਾ ਖਰਾਬ ਹੋ ਗਏ ਸੀਗੇ ਤੇ ਮੈਨੂੰ ਇੰਜ ਪਤਾ ਲੱਗਾ ਕਿ ਹੁਣ ਇਹਨਾਂ ਦਾ ਬਚਣਾ ਜਿਹੜਾ ਮੁਸ਼ਕਿਲ ਆ। ਤੇ ਮੈਂ ਲਾਸਟ ਮਕੇ ਇਹਨਾਂ ਨੂੰ ਜਦੋਂ ਮੈਂ ਇਹਨਾਂ ਦੇ ਮੰਮੀ ਡੈਡੀ ਕੋਲ ਮਿਲਾਉਣ ਗਿਆ ਤੇ ਉੱਥੇ ਜਦੋਂ ਗਏ ਆ ਤੇ ਇਹਨਾਂ ਦੇ ਡੈਡੀ ਮੰਮੀ ਸਭ ਰੋਣ ਡੈ ਪਏ ਦੀ ਹਾਲਾਤ ਨੂੰ ਦੇਖ ਕੇ, ਕਿਉਂਕਿ ਇਹਨਾਂ ਦੀ ਹਾਲਾਤ ਜਿਹੜੀ ਇੰਨੀ ਕੁ ਜ਼ਿਆਦਾ ਖਰਾਬ ਸੀਗੀ ਕਿ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਗਈ ਇਹਨਾਂ ਦੇ ਉੱਤੇ ਜਦੋਂ ਦੁਸ਼ਟ ਆਤਮਾ ਦੇ ਅਟੈਕ ਇਹਨਾਂ ਦੇ ਵੱਜਦੇ ਸੀਗੇ। ਤੇ ਉਸ ਟਾਈਮ ਤੇ ਇਹਨਾਂ ਦੇ ਮਾਸੀ ਜੀ ਦੇ ਲੜਕੇ ਉੱਥੇ ਉਹਨਾਂ ਕੋਲ ਆਏ। ਫਿਰ ਉਸਨੇ ਸਾਨੂੰ ਪਰਮੇਸ਼ਰ ਦੇ ਬਾਰੇ ਦੱਸਿਆ, ਪਰਮੇਸ਼ਰ ਦਾ ਸੁਸਮਾਚਾਰ ਸਾਨੂੰ ਦੱਸਿਆ। ਫਿਰ ਉਹਨਾਂ ਨੇ ਸਾਨੂੰ ਇਸ ਚਰਚ ਬਾਰੇ ਦੱਸਿਆ, ਜਲੰਧਰ ਖਾਂਬਰਾ ਬਾਰੇ। ਉਹਨਾਂ ਨੇ ਬੜੇ ਦੱਸਿਆ ਕਿ ਵੱਡੇ ਕੰਮ ਹੁੰਦੇ ਨੇ ਉੱਥੇ। ਫਿਰ ਸਾਰਿਆਂ ਨੇ ਅਸੀਂ ਮਕੇ ਵਿਚਾਰ ਵਟਾਂਦਰਾ ਬਣਾ ਕੇ ਫਿਰ ਅਸੀਂ ਉਹਨੂੰ ਇੱਥੇ ਲੈ ਕੇ ਆਏ। ਜਦੋਂ ਮੇਰੇ ਹਸਬੈਂਡ ਮੈਨੂੰ ਪਹਿਲੀ ਵਾਰੀ ਖਾਂਬਰਾ ਚਰਚ ਲਿਆਏ, ਅਸੀਂ ਗਵਾਹੀਆਂ ਸੁਣੀਆਂ, ਲੋਕਾਂ ਦੇ ਜੀਵਨਾਂ ਵਿੱਚ ਇੰਨੇ ਵੱਡੇ ਪ੍ਰਭੂ ਨੇ ਕੰਮ ਕੀਤੇ, ਲੋਕਾਂ ਕੋਲ ਬੇਬੀ ਹੋ ਗਏ। ਮੈਂ ਬਹੁਤ ਹੀ ਜ਼ਿਆਦਾ, ਮੇਰਾ ਵਿਸ਼ਵਾਸ ਵੱਧ ਗਿਆ। ਮੈਂ ਬਹੁਤ ਹੀ ਜ਼ਿਆਦਾ ਖੁਦਾ ਦੀ ਮਹਿਮਾ ਕੀਤੀ ਵੀ ਮੈਨੂੰ ਵੀ ਖੁਦਾ ਇਹਨਾਂ ਲੋਕਾਂ ਵਿੱਚ ਖੜਾ ਕਰ ਸਕਦਾ ਹੈ। ਇਸੇ ਤਰ੍ਹਾਂ ਅਸੀਂ ਫਿਰ ਪ੍ਰਭੂ ਦੇ ਭਵਨ ਦੇ ਨਾਲ ਜੁੜੇ ਰਹੇ। 25 ਦਸੰਬਰ 2023 ਨੂੰ ਜਦੋਂ ਰੱਬ ਦੇ ਦਾਸ ਨੇ ਬਾਂਝ औरतों ਲਈ प्रार्थना की, मैं रिसीव की। खुदावंद का आत्मा मुझसे कह रहा है कि मैं उन लोगों के लिए प्रार्थना करूं जिनके पास बेबीज नहीं है, और तुम्हारी लाइफ के ऊपर मैं घोषणा करूं। सब कुछ क्लोज करके अपने हाथों को उठा लो, और जो बहनों के बेबी नहीं अपने पेट पे हाथ रखो। अगर आपकी वाइफ यहाँ मौजूद नहीं है, हस्बैंड यहाँ है, तो वो भी अपने सिर के ऊपर हाथ रखे। आज मैं घोषणा करता हूं खुदा का दास होने के नाते, जो बहनें यहाँ मौजूद है और आपके बेबीज नहीं है, अगली 25 को, अगली क्रिसमस को आप अपने बेबीज की टेस्टिमनी के साथ इस पुलपट पे खड़ी होंगी इन जीसस नेम। आपके सारे कर्ज को मैं ब्रेक करता हूं प्रभु यीशु मसीह के नाम में, टूट रहे हैं आपकी लाइफ से इन जीसस नेम। ਜਦੋਂ ਮੈਂ ਉਸ ਪ੍ਰਾਰਥਨਾ ਨੂੰ ਸੁਣਿਆ, ਮੈਂ ਪਾਕ ਰੂਹ ਨਾਲ ਭਰ ਗਈ। ਬਹੁਤ ਹੀ ਜ਼ਿਆਦਾ ਪਵਿੱਤਰ ਆਤਮਾ ਨੇ ਮੈਨੂੰ ਛੂਇਆ, ਮਸੀਹ ਨੇ ਛੂਇਆ। 9 ਜਨਵਰੀ ਨੂੰ 2024 ਚ ਜਦ ਮੈਂ ਟੈਸਟ ਕੀਤਾ ਤੇ ਮੈਂ ਪ੍ਰੈਗਨੈਂਟ ਸੀ, ਤੇ ਜਦ ਮੇਰਾ ਟੈਸਟ ਪੋਜ਼ਿਟਿਵ ਆਇਆ, ਮੈਂ ਬਹੁਤ ਹੀ ਜ਼ਿਆਦਾ ਖੁਸ਼ ਸੀ, ਮੇਰਾ ਪਰਿਵਾਰ ਖੁਸ਼ ਸੀ। ਮੈਂ ਬਹੁਤ ਹੀ ਜ਼ਿਆਦਾ ਮਹਿਮਾ ਵਿੱਚ ਬਣੀ ਪਈ। ਖੁਦਾ, ਮੈਂ ਰੋਂਦੀ ਨੇ ਖੁਦਾ ਦੀ ਮਹਿਮਾ ਕੀਤੀ। ਪ੍ਰਭੂ ਤੂੰ ਬਹੁਤ ਮਹਾਨ ਆ, ਮੇਰੇ ਬਾਂਝ ਨੂੰ ਤੂੰ ਦੂਰ ਕੀਤਾ, ਮੇਰੇ ਹਰ ਇੱਕ ਤਾਨੇ ਮੈਨੇ ਦੇਣ ਵਾਲੇ ਦਾ ਮੂੰਹ ਬੰਦ ਕੀਤਾ ਮੇਰੇ ਖੁਦਾ। ਫਿਰ ਪ੍ਰਭੂ ਨੇ ਮੈਨੂੰ 9 ਮਹੀਨੇ ਬਿਲਕੁਲ ਸੰਭਾਲ ਕੇ ਰੱਖਿਆ। 24 ਅਗਸਤ 2024 ਨੂੰ ਮੈਨੂੰ ਬੇਟੀ ਦੇ ਨਾਲ ਬਲੈਸ ਕੀਤਾ। ਮੈਂ ਖੁਦਾ ਦਾ ਧੰਨਵਾਦ ਕਰਦੀ ਹਾਂ ਕਿ ਖੁਦਾ ਨੇ ਮੈਨੂੰ ਮਾਂ ਬਣਨ ਵਾਲਾ ਜੀਵਨ ਦਿੱਤਾ ਹੈ। ਜਿਹੜੀ ਮੈਂ ਸੋਚਦੀ ਸੀ ਕਦੇ ਮੈਂ ਮਾਂ ਨਹੀਂ ਬਣ ਸਕਦੀ, ਪਰ ਖੁਦਾ ਨੇ ਮੈਨੂੰ ਮਾਂ ਬਣਾਇਆ। ਮੈਂ ਖੁਦਾ ਦਾ ਧੰਨਵਾਦ ਕਰਦੀ ਹਾਂ। ਮੇਰੀ ਇਹੋ ਹੀ ਸਭ ਭੈਣਾਂ ਨੂੰ ਬੇਨਤੀ ਹੈ ਜਿਨ੍ਹਾਂ ਕੋਲ ਔਲਾਦ ਨਹੀਂ ਹੈ ਵੀ ਖੁਦਾ ਬਹੁਤ ਹੀ ਮਹਾਨ ਹੈ। ਖੁਦਾ ਆਪਣੇ ਲੋਕਾਂ ਨੂੰ ਮੰਨਣ ਵਾਲਿਆਂ ਨੂੰ ਕਦੇ ਸ਼ਰਮਿੰਦਿਆਂ ਨਹੀਂ ਹੋਣ ਦਿੰਦਾ, ਔਰ ਆਪਣੀ ਮਹਿਮਾ ਵਿੱਚ ਲਈ ਆਪਣੇ ਲੋਕਾਂ ਵਿੱਚ ਖੜਾ ਕਰਨ ਦੀ ਸਮਰਥ ਰੱਖਦਾ ਹੈ। ਇਸ ਵੱਡੀ ਆਸ਼ੀਸ਼ ਲਈ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ, ਔਰ ਪ੍ਰਭੂ ਦੇ ਦਾਸ ਦਾ ਧੰਨਵਾਦ ਕਰਦੇ ਹਾਂ। ਸਭ ਨੂੰ ਜੈ ਮਸੀਹ ਦੀ। जैसे कि परमेश्वर के वचन लूका 1 अध्याय उसकी 37 आयत में लिखा है, जो वचन परमेश्वर की ओर से होता है वो प्रभाव रहित नहीं होता। यानी कि परमेश्वर के लिए कोई भी काम करना कठिन नहीं है। तो आइए इस भाई की इस मार्वलस टेस्टिमनी को हम देखते हैं। सबको जय मसीह। मेरा नाम राकेश है, मैं होशियारपुर का रहने वाला हूँ। आज मैं अपने जीवन की बड़ी गवाही देने जा रहा हूँ। अभी मेरी उम्र 26 साल की है। कुछ 5 सालों पहले मैं हिमाचल के काम देखने के लिए गया था। वहाँ पे मेरा मौसी का लड़का था, वो उस कैफ़े का ठेकेदार था। जब मैं और उस कैफ़े में काम करने के लिए
लग गया था मैं, तो मेरे साथ के जो लड़के थे वो सिगरेट पीते थे। वो मेरे को भी कहने लग गया कि तू भी चेक करके देख सिगरेट। और दोस्तों के कहने पे पहली बार जब मैंने नशा किया सिगरेट का, तो मेरे दिमाग को हौली हौली नशा चढ़ता गया। फिर एक दिन ऐसे सुबह को फिर मैं सिगरेट पीता था, दोपहर को भी, यानी कि दोनों तीनों टाइम मैं सिगरेट पीता था। हौली हौली करके फिर मैं भी उनके साथ में हर एक, यानी कि वो नशा करने लगे। वो ड्रिंक वगैरह भी करते थे, वो फिर डोडे खाते थे, अफीम खाते थे। वो जो नशे मेरे यार दोस्त करते थे, तो धीरे धीरे मैं भी वो नशे सब करने लग गया था। जैसे ड्रिंक हो गई, अफीम हो गई, सिगरेट बीड़ी हो गई, तम्बाकू जर्दा हो गया, ये मैं उनके पीछे लग के मैं वो नशा करने लग गया था। मेरी नशे की लत इतनी लगी थी कि जब मैं सोकर उठता था तो मेरे को सिगरेट 1-2 या चाहिए थी ज़रूर, क्योंकि जब भी मैं फ़्रेश होने कहीं भी जाता था मेरे को सिगरेट चाहिए थी, क्योंकि पूरे दिन में मैं 2 या 3 डब्बी में खाली कर देता था। जब मैं हिमाचल से जब मैं घर पर आया था तो मेरा इतना नशे का हाल बुरा हो गया था, जैसे शरीर को इतना तोड़ लगती थी ना, बहुत ज़्यादा। एक दिन ऐसा हुआ था, मैं यार दोस्तों के साथ में पार्टी करने चले गए थे, वो ड्रिंक वगैरह पीने चले गए थे हम। मैं जब घर पर वापस आया था तो मैं नशे के मारे में मैं धुच पड़ा था। मैं डर के मारे, घर वालों के, फैमिली के डर से मैं छत पर सोने चल गया था। जब मैं छत पर सोया पड़ा था तो मम्मी मेरे को उठाने के लिए आई थी कि नीचे आ जाए, कि वहाँ पे बेड पर सो जाना नीचे उतर के। तो मैं जैसे खड़ा होया, मम्मी ने मेरा हाथ पकड़ा तो मेरे मुंह से ड्रिंक की बदबू आ रही थी और मेरे से चला नहीं जा रहा था। तो फिर मेरी मम्मी समझ गई कि इसने नशा कोई कर रखा है। फिर मम्मी ने सब फैमिली को बता दिया था, पापा को, भाभी को, यानी कि भाइयों को भी तक पता पड़ गया था कि मैं नशा करने लग गया हूँ। मेरे को सब ने, मम्मी पापा ने, भाई ने भी समझाया था, क्योंकि वो मेरे भाई जो मेरे से बड़े थे वो कोई नशा पता नहीं करते थे, केवल मैं ही ऐसा था जो मैं नशा पता करता था। घर से जब मैं चोरी घर से बाहर निकलता था तो मैं कभी ड्रिंक लेने चल गया, तो सिगरेट लेने चल गया। जैसे मेरे को नशे की तोड़ लगती थी उसी के हिसाब से मैं नशा करता था। जब मेरे को नशा ना मिलता था तो मेरे शरीर में इतनी घबराहट, बेचैनी होती थी, तो कभी कभी मेरा सांस भी फूल जाता। सांस की फूलने की वजह से तो मेरे को ब्लड की मूवमेंटिंग होती थी। और जब मुझको पहली बार ब्लड की मूवमेंटिंग आई थी तो मैं घबरा गया था, मैं बहुत ज़्यादा डर गया था कि ये मेरे साथ में क्या हो रहा है। जब मैंने अपने रिपोर्ट टेस्ट करवाए थे तो डॉक्टर ने बोला था कि अपनी चेस्ट का एक्सरे करा के आओ। तो एक्सरे में उसमें लिखा था कि इन्फेक्शन हुई पड़ी है चेस्ट के अंदर। जब मेरे को डॉक्टर ने दवाई लिख के दी तो डॉक्टर बोला था कि आपको रेगुलर दवाई लेनी पड़ेगी। जब मैं दवाई भी खाता था उससे मेरे को कोई फ़र्क नहीं पड़ता था। तो मेरे को नशे की भी इतनी लत लगती थी ना, बहुत ज़्यादा। तो मेडिसिन भी लेता था, मेरे को ब्लड की मूवमेंट ही आती थी। और जब मैं अकेला बैठा सोचता था तो मैं यही सोचता था कि मैं इन नशे पतों से मैं कैसे बाहर निकल सकता हूँ। फिर मेरे छोटे भाई ने बताया था कि आप अंकुर नरूला मिनिस्ट्री में जाओ तो आप वहाँ से नशों से आज़ाद होगे। जब पहली बार अपने ब्रदर के कहने पे 9 फरवरी 2025 को खमरा चर्च में आया था, जब लोगों की मैं नशे वाली गवाहियाँ सुन रहा था तो मैंने अपने जीवन के अंदर मैंने महसूस किया कि खुदा मेरे को भी आज मैं भी नशों से आज़ाद हो जाऊंगा। और जब परमेश्वर के दास आए थे, जब उन्होंने नशे वाली आत्मा को डांटा था, नशे की गंदी आत्मा, जादू की, टोने की, अशुद्धता की, आउट! अंधी गूंगी पहली आत्मा निकल जाओ यीशु के नाम। जब उन्होंने नशे वाली आत्मा को डांटा था तो मेरे शरीर में ऐसे झटके लगने लगे कि मेरे शरीर को ऐसे लगा कि जैसे मेरे शरीर में से कुछ निकल के गया है। जब प्रार्थना मैंने रिसीव करके घर पे गया था, उसी दिन से मैंने कोई भी नशे से हाथ नहीं लगाया और ना मेरा नशा करने का मन करा। अब मैं सारे नशों से आज़ाद हूँ, ना बीड़ी, ना सिगरेट, ना तम्बाकू, ना ड्रिंक वगैरह, ना डोडे। उसी प्रार्थना की वजह से कोई भी चेस्ट में इन्फेक्शन नहीं है, ना मुझे को ब्लड की मूवमेंटिंग आती और मैं चंगी तरह मैं आज़ाद हो चुका हूँ। और जब मैंने
अपनी चेस्ट के दोबारा मैंने चेकअप करवाए और एक्सरे करवाया था मैंने, उसमें कोई भी इन्फेक्शन नहीं आई। और इस नशे से और इस बीमारी से मैं आज़ाद हूँ बिल्कुल। और मेरी फैमिली और मैं इतना खुश हैं बहुत ज़्यादा अपनी लाइफ में कि मैंने हर एक नशे मैंने छोड़ चुका हूँ। जो आज भी लोग जो नशा करते हैं, मैं उन्हें बताना चाहता हूँ कि जैसे प्रभु ने मुझे आज़ाद किया नशों से, और आपको भी परमेश्वर पर विश्वास रखना चाहिए और आपको भी प्रभु नशों से आज़ाद करेगा। इस बड़े छुटकारे के लिए मैं परमेश्वर का धन्यवाद देता हूँ और परमेश्वर के दास का धन्यवाद देता हूँ और सबको जय मसीह। तारीफ करें सब जोर से तालियों के साथ, उसकी हजूरी बढ़ी है हमारे बीच में, जोर से तालियों के साथ।